ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਸਿਰ ਰਾਗ ਮਹੱਲਾ ਪੰਜਵਾਂ। ਪੂਰਾ ਸਤਿਗੁਰੂ ਜੇ ਮਿਲੇ, ਪਾਈਏ ਸ਼ਬਦ ਨਿਦਾਨ। ਕਰ ਕਿਰਪਾ ਪ੍ਰਭ ਆਪਣੀ, ਜਪੀਏ ਅੰਮ੍ਰਿਤ ਨਾਮ। ਜਨਮ ਮਰਨ ਦੁਖ ਕਾਟੀਏ, ਲਾਗੇ ਸਹਿਜ ਧਿਆਨ। ਮੇਰੇ ਮਨ ਪ੍ਰਭ ਸਰਨਾਈ ਪਾਏ, ਹਰ ਬਿੰਦੂ ਜਾ ਕੋ ਨਹੀਂ। ਏਕੋ ਨਾਮ ਧਿਆਏ ਰਹਾਓ, ਕੀਮਤ ਕਹਿਣ ਨ ਜਾਈਏ। ਸਾਗਰ ਗੁਣੀ ਅਥਾ, ਵਡਭਾਗੀ ਮਿਲ ਸੰਗਤੀ। ਸੱਚਾ ਸ਼ਬਦ ਵਿਸਾ, ਕਰ ਸੇਵਾ ਸੁਖ ਸਾਗਰੇ। ਸਿਰ ਸਾਹਾਂ ਪਾਤਸ਼ਾਹ, ਚਰਨ ਕਮਲ ਕਾ ਆਸਰਾ। ਦੂਜਾ ਨਾਹੀ ਠਾਉ, ਮੈਂ ਤਰ ਤੇਰੀ ਪਾਰ ਬ੍ਰਹਮ। ਤੇਰੇ ਤਾਣ ਰਹਾਉ, ਨੀ ਮਾਣਿਆ ਪ੍ਰਭ ਮਾਣ ਤੂੰ। ਤੇਰੇ ਸੰਗ ਸਮਾਉ, ਹਰ ਜਪੀਏ ਆਰਾਧੀਏ। ਆਠ ਪੈਰ ਗੋਬਿੰਦ, ਜੀ ਪ੍ਰਾਣ ਤਨ ਧਨ ਰਖੇ। ਕਰ ਕਿਰਪਾ ਰਾਖੀ ਜਿੰਦ, ਨਾਨਕ ਸਗਲੇ ਦੁਖ ਉਤਾਰਿਅਨ। ਪ੍ਰਭ ਪਾਰ ਬ੍ਰਹਮ ਬਖਸ਼ਿੰਦ, ਜੀ ਪ੍ਰਾਣ ਤਨ ਧਨ ਰਖੇ। ਕਰ ਕਿਰਪਾ ਰਾਖੀ ਜਿੰਦ, ਨਾਨਕ ਸਗਲੇ ਦੁਖ ਉਤਾਰਿਅਨ। ਪ੍ਰਭ ਪਾਰ ਬ੍ਰਹਮ ਬਖਸ਼ਿੰਦ। ਗੁਰੂ ਜੀ ਕਹਿੰਦੇ ਹਨ ਕਿ ਹੇ ਮੇਰੇ ਮਨ, ਜੇ ਪੂਰਾ ਸਤਿਗੁਰ ਮਿਲ ਜਾਵੇ ਤਾਂ ਉਸ ਪਾਸੋਂ ਪਰਮਾਤਮਾ ਦੀ ਸਿਫਤ ਸਲਾਹ ਦਾ ਖਜ਼ਾਨਾ ਮਿਲ ਜਾਂਦਾ ਹੈ। ਭਾਵ ਸ਼ਬਦ ਰੂਪ ਖਜ਼ਾਨਾ ਮਿਲ ਜਾਂਦਾ ਹੈ। ਹੇ ਪ੍ਰਭੂ, ਆਪਣੀ ਮਿਹਰ ਕਰ, ਗੁਰੂ ਮਿਲਾ ਤਾਂ ਅਸੀਂ ਆਤਮਿਕ ਜੀਵਨ ਦੇਣ ਵਾਲਾ ਤੇਰਾ ਅੰਮ੍ਰਿਤ ਵਰਗਾ ਨਾਮ ਜਪ ਸਕੀਏ ਅਤੇ ਜਨਮ ਮਰਨ ਦੇ ਗੇੜ ਵਿੱਚ ਪੈਣ ਦਾ ਦੁੱਖ ਘਟ ਜਾਵੇ ਅਤੇ ਸਹਿਜ ਸੁਭਾਵਿਕ ਢੰਗ ਨਾਲ ਪ੍ਰਭੂ ਵਿੱਚ ਧਿਆਨ ਲੱਗ ਜਾਵੇ। ਹੇ ਮੇਰੇ ਮਨ, ਤੂੰ ਪ੍ਰਭੂ ਦੀ ਸ਼ਰਨ ਵਿੱਚ ਜਾ ਕੇ ਪੈ ਜਾ, ਕਿਉਂਕਿ ਪ੍ਰਭੂ ਤੋਂ ਬਿਨਾਂ ਕੋਈ ਹੋਰ ਰਾਖਾ ਨਹੀਂ ਹੈ। ਇਸ ਲਈ ਇੱਕੋ ਨਾਮ ਦੀ ਅਰਾਧਨਾ ਕਰ। ਉਸ ਪਰਮਾਤਮਾ ਦੀ ਕੀਮਤ ਕਹੀ ਨਹੀਂ ਜਾ ਸਕਦੀ ਅਤੇ ਪਰਮਾਤਮਾ ਸਾਰੇ ਗੁਣਾਂ ਦਾ ਅਥਾਹ ਸਮੁੰਦਰ ਹੈ। ਐਸਾ ਸਮੁੰਦਰ ਹੈ ਜਿਸ ਦੀ ਡੂੰਘਾਈ ਲੱਭੀ ਨਹੀਂ ਜਾ ਸਕਦੀ। ਉਸ ਦਾ ਮੁੱਲ ਵੀ ਦੱਸਿਆ ਨਹੀਂ ਜਾ ਸਕਦਾ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਮੇਰੇ ਭਾਗਾਂ ਵਾਲੇ ਮਨ, ਸਾਧ ਸੰਗਤ ਵਿੱਚ ਮਿਲ ਬੈਠ ਤੇ ਉੱਥੋਂ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਦਾ ਸੌਦਾ ਖਰੀਦ। ਭਾਵ ਸੱਚੇ ਸ਼ਬਦ ਦਾ ਵਪਾਰ ਕਰ। ਸਾਧ ਸੰਗਤ ਵਿੱਚੋਂ ਜਾਚ ਸਿੱਖ ਕੇ ਸੁੱਖਾਂ ਦੇ ਸਮੁੰਦਰ ਪ੍ਰਭੂ ਦੀ ਸੇਵਾ ਭਗਤੀ ਕਰ, ਜੋ ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਭਾਵ ਸ਼੍ਰੋਮਣੀ ਬਾਦਸ਼ਾਹ ਹੈ। ਗੁਰੂ ਜੀ ਕਹਿੰਦੇ ਹਨ ਕਿ ਹੇ ਪਾਰ ਬ੍ਰਹਮ ਪਰਮੇਸ਼ਰ, ਮੈਨੂੰ ਤੇਰੇ ਹੀ ਸੋਹਣੇ ਚਰਨ ਕਮਲਾਂ ਦਾ ਆਸਰਾ ਹੈ, ਟੇਕ ਹੈ ਅਤੇ ਤੇਰੇ ਹੀ ਜ਼ੋਰ ਕਰਕੇ ਮੈਂ ਟਿਕਿਆ ਹੋਇਆ ਹਾਂ ਅਤੇ ਮੈਨੂੰ ਤੇਰੀ ਹੀ ਓਟ ਹੈ। ਮੈਂ ਤੇਰੇ ਦਿੱਤੇ ਹੋਏ ਬਲ ਨਾਲ ਹੀ ਜਿਉਂਦਾ ਹਾਂ। ਹੇ ਪ੍ਰਭੂ, ਜਿਨ੍ਹਾਂ ਨੂੰ ਜਗਤ ਵਿੱਚ ਕੋਈ ਆਦਰ ਮਾਣ ਨਹੀਂ ਦਿੰਦਾ, ਤੂੰ ਉਹਨਾਂ ਨਿਮਾਣਿਆਂ ਦਾ ਮਾਣ ਹੈ। ਆਪਣੀ ਮਿਹਰ ਕਰਕੇ ਮੈਂ ਤੇਰੇ ਚਰਨਾਂ ਵਿੱਚ ਆਪਣੀ ਲਿਵ ਲਗਾ ਸਕਾਂ
ਅਤੇ ਹੇ ਮੇਰੇ ਮਨ, ਤੈਨੂੰ ਅੱਠੇ ਪੈਰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਅਤੇ ਉਸ ਗੋਬਿੰਦ ਦੀ ਆਰਾਧਨਾ ਕਰਨੀ ਚਾਹੀਦੀ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਸਨੇ ਸਾਡਾ ਜੀਵਨ, ਪ੍ਰਾਣ, ਤਨ ਅਤੇ ਧਨ ਨੂੰ ਬਚਾਇਆ ਹੋਇਆ ਹੈ ਅਤੇ ਕਿਰਪਾ ਕਰਕੇ ਸਾਡੀ ਜਿੰਦ ਸੰਭਾਲੀ ਹੋਈ ਹੈ। ਉਹ ਪ੍ਰਭੂ ਪਾਰਬ੍ਰਹਮ ਬਖਸ਼ਣਹਾਰ ਹੈ। ਉਹ ਤੇਰੀ ਸ਼ਰਨ ਆਇਆਂ ਦੇ ਸਾਰੇ ਦੁੱਖਾਂ ਅਤੇ ਪਾਪਾਂ ਦਾ ਨਿਵਾਰਨ ਕਰਦਾ ਹੈ। ਉਹ ਪਰਮਾਤਮਾ ਸਭ ਨੂੰ ਬਖਸ਼ਣ ਵਾਲਾ ਹੈ। ਜਨਮ ਮਰਨ ਦਾ ਦੁੱਖ ਮਨੁੱਖ ਦਾ ਬੁਨਿਆਦੀ ਰੋਗ ਹੈ ਅਤੇ ਗੁਰਬਾਣੀ ਸਮਝਾਉਂਦੀ ਹੈ ਕਿ ਜਨਮ ਮਰਨ ਦੁੱਖ ਕਾਟਿਏ, ਲਾਗੇ ਸਹਿਜ ਧਿਆਨ। ਭਾਵ ਮਨੁੱਖੀ ਜੀਵਨ ਦਾ ਲਕਸ਼ ਇਹ ਜਨਮ ਮਰਨ ਤੋਂ, ਦੁੱਖ ਤੋਂ ਛੁਟਕਾਰਾ ਪਾਉਣਾ ਹੈ। ਪਰ ਜਨਮ ਮਰਨ ਦਾ ਅਰਥ ਅਤੇ ਇਸ ਤੋਂ ਛੁਟਕਾਰਾ ਤਦ ਹੀ ਹੋ ਸਕਦਾ ਹੈ ਜੇ ਇਸ ਅਵਸਥਾ ਦਾ ਪਹਿਲੋਂ ਗਿਆਨ ਹੋਵੇ ਅਤੇ ਫਿਰ ਉਸ ਤੋਂ ਛੁੱਟਣ ਦਾ ਉਪਾਅ ਮਿਲੇ। ਇਹ ਗਿਆਨ ਕੇਵਲ ਪੂਰਾ ਸਤਿਗੁਰ ਜੇ ਮਿਲੇ, ਪਾਈਏ ਸ਼ਬਦ ਨਿਦਾਨ। ਭਾਵ ਪੂਰਾ ਸਤਿਗੁਰ ਯਾਨੀ ਪੂਰਾ ਆਤਮਿਕ ਗਿਆਨ ਦੇਣ ਵਾਲਾ ਕੋਈ ਹੋਵੇ ਤਾਂ ਕਿਤੇ ਗਿਆਨ ਦਾ ਖਜ਼ਾਨਾ ਮਿਲਦਾ ਹੈ। ਸੋ ਇਸ ਕਰਕੇ ਗੁਰੂ ਜੀ ਸਾਨੂੰ ਤਾਕੀਦ ਕਰਦੇ ਹਨ, ਮੇਰੇ ਮਨ ਪ੍ਰਭ ਸਰਨਾਈ ਪਾਏ, ਹਰ ਬਿੰਦੂ ਜਾ ਕੋ ਨਹੀਂ, ਇੱਕੋ ਨਾਮ ਧਿਆਏ ਰਹਾਓ। ਭਾਵ ਆਤਮਿਕ ਗਿਆਨ ਬਗੈਰ ਛੁਟਕਾਰਾ ਨਹੀਂ ਅਤੇ ਉਹ ਗਿਆਨ ਸਿਰਫ ਗੁਰੂ ਕੋਲ ਹੈ ਅਤੇ ਗੁਰੂ ਕੋਲੋਂ, ਗੁਰੂ ਦੇ ਸ਼ਬਦ ਤੋਂ ਹੀ ਮਿਲਦਾ ਹੈ। ਇਹ ਗਿਆਨ ਐਸਾ ਹੈ ਕਿ ਇਸ ਦੀ ਕੀਮਤ ਨਹੀਂ ਪਾਈ ਜਾ ਸਕਦੀ। ਕੀਮਤ ਕਹਿਣ ਨਾ ਜਾਈਏ। ਇਸ ਸਤਿਗੁਰੂ ਤੋਂ ਤਦ ਹਾਸਲ ਹੁੰਦਾ ਹੈ ਜਦ ਵਡਭਾਗੀ ਮਿਲ ਸੰਗਤੀ, ਸੱਚਾ ਸ਼ਬਦ ਵਿਸਾ। ਜਦ ਸੰਗਤ ਵਿੱਚ ਆ ਕੇ ਸ਼ਬਦ 'ਤੇ ਵਿਚਾਰ ਕੀਤੀ ਜਾਵੇ। ਵਡਭਾਗੀ ਭਾਵ ਜਿਸ ਦੇ ਅੰਦਰ ਇਹ ਤਾਂਘ ਉੱਠਦੀ ਹੋਵੇ ਅਤੇ ਉਸਨੇ ਯਤਨ ਕੀਤਾ ਹੋਵੇ ਸਤਿਗੁਰ ਨੂੰ ਲੱਭਣ ਦਾ। ਇਸ ਤਰ੍ਹਾਂ ਨਾਨਕ ਸਗਲੇ ਦੁੱਖ ਉਤਾਰਿਅਨ, ਪ੍ਰਭ ਪਾਰ ਬ੍ਰਹਮ ਬਖਸ਼ੈਨ। ਉਸ ਪਾਰ ਬ੍ਰਹਮ ਪਰਮੇਸ਼ਰ ਦੀ ਕਿਰਪਾ ਨਾਲ ਜਨਮ ਮਰਨ ਦਾ ਗੇੜ ਖਤਮ ਹੋ ਜਾਂਦਾ ਹੈ ਅਤੇ ਪ੍ਰਭੂ ਪਰਮੇਸ਼ਰ ਦੀ ਕਿਰਪਾ ਨਾਲ ਗੁਰ ਸ਼ਬਦ ਮਿਲਦਾ ਹੈ ਅਤੇ ਗੁਰੂ ਦੀ ਮਿਹਰ ਨਾਲ ਸ਼ਬਦ ਨਾਮ ਜਪਣ ਦਾ ਅਵਸਰ ਪ੍ਰਾਪਤ ਹੁੰਦਾ ਹੈ। ਇਸ ਨਾਲ ਆਵਾਗਣ ਘਟ ਜਾਂਦਾ ਹੈ। ਚੰਗੇ ਭਾਗਾਂ ਵਾਲੇ ਹੀ ਸਤਸੰਗਤ ਵਿੱਚ ਜਾ ਕੇ ਸ਼ਬਦ ਦਾ ਵਣਜ ਵਪਾਰ ਕਰਦੇ ਹੋਏ ਸੰਸਾਰਕ ਦੁੱਖਾਂ ਤੋਂ ਛੁਟਕਾਰਾ ਹਾਸਲ ਕਰਦੇ ਹਨ। ਉਹ ਪਾਰ ਬ੍ਰਹਮ ਪਰਮੇਸ਼ਰ ਸਰਵ ਸਮਰੱਥ ਹੈ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।